सत श्री अकाल दोस्तों, मैं हरजीत जी। दोस्तों, पंजाब यूनिवर्सिटी विवाद इन्ने दिन ही अखबारों दी सुर्खियां बनया होया। ये विवाद की है, इस बाबत गलबात करने लई असी हाज़र हाँ विद्वान डॉक्टर नरविंदर कौशल होरां कोल, जो कि कुरुक्षेत्र यूनिवर्सिटी डीन रहे। आओ स्वागत करते हैं। सारिਆਂ ਨੂੰ सत श्री अकाल और ਤੁਹਾਡਾ बहुत बहुत धन्यवाद। कौशल साहब, पंजाब यूनिवर्सिटी विवाद है की? पंजाब यूनिवर्सिटी देखो अपने आप दे विच साडी पंजाबीयत दा, पंजाब दी कौमीयत दा एक बहुत बड़ा सिंबल है जिहड़ा है। ठीक है। अजकल ये मुद्दा जिहड़ा हैगा वो बहुत पखिया होया है। बिल्कुल। ਇਹਦੇ ਕਰਨ ਦੀਆਂ ਵਿਉਂਤਾਂ ਜਿਹੜੀਆਂ ਹੈਗੀਆਂ, ਵਿਉਂਤਾਂ ਦੀ ਥਾਂ ਤੇ ਮੈਂ ਕਹੂੰਗਾ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਹੁਣ ਨਹੀਂ ਸ਼ੁਰੂ ਹੋਈਆਂ, ਬਹੁਤ ਦੇਰ ਪਹਿਲਾਂ ਦੀ ਸ਼ੁਰੂ ਹੋਈਆਂ। ਮੈਨੂੰ ਯਾਦ ਹੈ ਵੀ ਲਗਭਗ 2009 ਦੇ ਵਿੱਚ ਜਦੋਂ ਮੈਂ ਐਕਸਪੈਕਟੋ ਦਾ ਪ੍ਰਧਾਨ ਸੀ ਸਾਰੇ ਹਰਿਆਣੇ ਦੇ ਯੂਨੀਵਰਸਿਟੀ ਕਾਲਜਾਂ ਦਾ, ਉਦੋਂ ਮੁੱਦਾ ਉੱਠਿਆ ਸੀ ਇੱਕ। ਠੀਕ ਹੈ। ਨਵੇਂ ਜਿਹੜਾ ਆਪਣਾ ਪੇ ਕਮਿਸ਼ਨ ਹੈ ਉਹਦੇ ਨਾਲ ਸੰਬੰਧਿਤ ਮੰਗਾਂ ਦੇ ਨਾਲ ਇੱਕ ਮੰਗ ਜਿਹੜੀ ਹੈਗੀ ਹੈ ਉਹ ਇਹ ਹੈਗੀ ਸੀ ਵੀ ਸਾਡੀ ਰਿਟਾਇਰਮੈਂਟ ਦੀ ਉਮਰ ਜਿਹੜੀ ਹੈਗੀ ਉਹਦੇ 'ਚ ਵਾਧਾ ਕੀਤਾ ਜਾਵੇ। ਠੀਕ ਹੈ। ਕਿਉਂਕਿ ਸਟੇਟ ਓਨ ਜਿੰਨੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ, ਜਿਵੇਂ ਸਰਕਾਰੀ ਕਰਮਚਾਰੀਆਂ ਦੀ ਉਮਰ 58 ਸਾਲ ਹੈ ਅਤੇ ਯੂਨੀਵਰਸਿਟੀਆਂ ਔਰ ਪ੍ਰਾਈਵੇਟ ਕਾਲਜਾਂ ਦੇ ਵਿੱਚ ਉਮਰ ਜਿਹੜੀ ਹੈਗੀ ਹੈ ਪ੍ਰੋਫੈਸਰਾਂ ਦੀ, ਅਧਿਆਪਕਾਂ ਦੀ, ਉਹ ਹੁੰਦੀ ਸੀ 60 ਸਾਲ। ਠੀਕ ਹੈ ਜੀ। ਪਰੰਤੂ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਸੀਆਂ, ਜਿਵੇਂ ਦਿੱਲੀ ਯੂਨੀਵਰਸਿਟੀ ਥੀ ਜਾਂ ਹੋਰ ਯੂਨੀਵਰਸਿਟੀਆਂ ਸੀਆਂ, ਉੱਥੇ ਰਿਟਾਇਰਮੈਂਟ ਦੀ ਉਮਰ ਹੈਗੀ ਸੀ 65 ਸਾਲ। ਠੀਕ ਹੈ ਜੀ। ਔਰ ਇਹ ਗੱਲ ਜਿਹੜੀ ਹੈਗੀ ਹੈ ਸਾਡੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ ਵੀ ਇਹ ਗੱਲ ਜਿਹੜੀ ਹੈਗੀ ਕਹੀ ਹੋਈ ਸੀ। ਠੀਕ ਹੈ। ਕਿ ਵੀ ਇਹਨਾਂ ਦੀ ਰਿਟਾਇਰਮੈਂਟ ਵਧਾ ਕੇ 65 ਸਾਲ ਕਰ ਦਿੱਤੀ ਜਾਵੇ ਉਹਦੇ 'ਚ। ਠੀਕ ਹੈ। ਹੁਣ ਇੱਥੇ ਅਗਰ ਅਸੀਂ ਅਸਲ ਮੁੱਦੇ 'ਤੇ ਆਈਏ, ਉਹਦੇ ਵਿੱਚ ਜਿਹੜਾ ਅੱਜ ਕੱਲ੍ਹ ਵਾਦ ਵਿਵਾਦ ਦਾ ਬਹੁਤ ਵੱਡਾ ਕੇਂਦਰ ਬਣਿਆ ਹੋਇਆ ਹੈ, ਚਰਚਾ ਦਾ ਬਿੰਦੂ ਬਣਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦਾ। ਹਾਂਜੀ। ਪੰਜਾਬ ਯੂਨੀਵਰਸਿਟੀ ਦੀ ਹੋਂਦ ਦਾ ਮੈਂ ਤਾਂ ਕਹੂੰਗਾ ਵੀ ਇਹ ਸਵਾਲੀਆ ਨਿਸ਼ਾਨ ਲੱਗਿਆ ਉਹਦੇ ਵਿੱਚ। ਕਮਾਲ ਦੀ ਗੱਲ ਹੈ ਹਰਜੀਤ ਜੀ, ਮਤਲਬ ਇਹ ਪਿਛਲੇ 5-7 ਦਿਨ ਤੋਂ ਅਸੀਂ ਦੇਖ ਰਹੇ ਹਾਂ ਵੀ ਇਸ ਇਸ਼ੂ ਦੇ ਉੱਤੇ ਕੇਵਲ ਔਰ ਕੇਵਲ ਵਿਦਿਆਰਥੀ ਸੰਗਠਨਾਂ ਨਾਲ ਸੰਬੰਧਿਤ ਜਿਹੜੇ ਹੈਗੇ ਆ ਵਿਦਿਆਰਥੀ, ਉਹੀ ਸੜਕਾਂ 'ਤੇ ਆਏ ਨੇ ਕਿ ਵੀ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਕੀਤਾ ਜਾਵੇ। ਬਿਲਕੁਲ। ਇਸ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਹੀ ਰਹਿਣ ਦਿੱਤਾ ਜਾਵੇ ਉਹਦੇ ਵਿੱਚ। ਠੀਕ ਹੈ। ਕਿ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਵੀ ਇਸ ਯੂਨੀਵਰਸਿਟੀ ਦੇ ਮੁਲਾਜ਼ਮ ਕਿਉਂ ਨਹੀਂ ਆ ਰਹੇ। ਇਸ ਯੂਨੀਵਰਸਿਟੀ ਦੀ ਜਿਹੜੀ ਟੀਚਿੰਗ ਫੈਕਲਟੀ ਹੈ, ਸਾਡੇ ਪ੍ਰੋਫੈਸਰ ਨੇ, ਉਹ ਕਿਉਂ ਨਹੀਂ ਆ ਰਹੇ ਉਹਦੇ ਵਿੱਚ। ਉਹਦਾ ਮੇਨ ਕਾਰਨ ਇਹੀ ਹੈ ਕਿ ਵੀ ਮੁਲਾਜ਼ਮਾਂ ਦਾ, ਚਾਹੇ ਉਹ ਨੌਨ ਟੀਚਿੰਗ ਵਾਲੇ ਨੇ ਚਾਹੇ ਉਹ ਟੀਚਿੰਗ ਵਾਲੇ ਨੇ, ਉਹਨਾਂ ਦਾ ਇੱਕ ਆਪਣਾ ਵਫਾਦ ਜੁੜਿਆ ਹੋਇਆ ਉਹਦੇ ਵਿੱਚ। ਠੀਕ ਹੈ। ਵਫਾਦ ਦੇ ਨਾਲ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਵਾਧਾ ਵੀ ਹੈ। ਠੀਕ ਹੈ ਜੀ। ਔਰ ਹੋਰ ਜਿਹੜੀਆਂ ਵਿੱਤੀ ਸਹੂਲਤਾਂ ਨੇ ਭੱਤੇ ਆਦਿ ਦੇ ਰੂਪ ਵਿੱਚ, ਉਹ ਵੀ ਨੇ ਉਹਦੇ ਵਿੱਚ। ਠੀਕ ਹੈ। ਤਾਂ ਮੈਨੂੰ ਇਹ ਲੱਗਦਾ ਵੀ ਇਸੇ ਕਰਕੇ ਪੂਟਾ ਜਿਹੜੀ ਹੈਗੀ ਹੈ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਕਿਸੇ ਨੁਮਾਇੰਦੇ ਦੀ ਕੋਈ ਆਵਾਜ਼ ਨਹੀਂ ਆਈ ਹੈਗੀ ਇਹਦੇ ਵਿੱਚ। ਠੀਕ ਹੈ। ਨਾ ਪ੍ਰਧਾਨ ਦੀ ਨਾ ਸੈਕਟਰੀ ਦੀ। ਇਸੇ ਤਰ੍ਹਾਂ ਹੀ ਉੱਥੇ ਨੌਨ ਟੀਚਿੰਗ ਐਸੋਸੀਏਸ਼ਨ ਹੈਗੀ ਹੈ, ਬਹੁਤ ਵੱਡੀ ਉਹਨਾਂ ਦੀ ਯੂਨੀਅਨ ਹੈ, ਉਹਦੀ ਕੋਈ ਸਟੇਟਮੈਂਟ ਨਹੀਂ ਅਸੀਂ ਪੜ੍ਹ ਰਹੇ। ਪੰਜਾਬ ਯੂਨੀਵਰਸਿਟੀ ਆਫਿਸਰ ਐਸੋਸੀਏਸ਼ਨ ਹੈਗੀ ਹੈ, ਅਸੀਂ ਉਹਦਾ ਵੀ ਕੋਈ ਜਿਹੜੀ ਹੈਗੀ ਪ੍ਰਤੀਕਿਰਿਆ ਸਾਨੂੰ ਨਹੀਂ ਆਈ ਇਹਦੇ 'ਚ। ਸੋ ਇਹ ਸਾਰੀ ਗੱਲ ਤੋਂ ਇਹ ਲੱਗਦਾ ਹੈ ਵੀ ਉਹ ਮੁਲਾਜ਼ਮ ਵੀ ਚਾਹੁੰਦੇ ਨੇ ਕਿ ਸਾਡਾ ਜਿਹੜਾ ਹੈਗਾ ਇਹ ਬਾਗਡੋਰ ਜਿਹੜੀ ਹੈਗੀ ਹੈ ਪੰਜਾਬ ਸੂਬੇ ਤੋਂ ਹਟ ਕੇ ਕੇਂਦਰ ਕੋਲ ਚਲੀ ਜਾਵੇ ਉਹਦੇ ਵਿੱਚ। ਪ੍ਰੋਫੈਸਰ, ਇਹ ਜਿਹੜਾ ਮੁੱਦਾ ਹੈ, ਜਿਹੜਾ ਵਿਵਾਦ ਹੈ, ਇਹ ਖੜਾ ਕਿੱਥੋਂ ਹੁੰਦਾ ਹੈ? ਇਹਦਾ ਅਸਲੀ ਕਾਰਨ ਕੀ ਹੈ? ਇਹਦਾ ਅਸਲੀ ਕਾਰਨ ਇਹ ਹੈ, ਦੇਖੋ ਜੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਨੂੰ ਫਰੋਲੀਏ, ਇਹਦੀ ਸਥਾਪਨਾ ਲਾਹੌਰ ਦੇ ਵਿੱਚ ਜਿਹੜੀ ਹੈਗੀ ਹੈ 1882 ਨੂੰ ਹੋਈ ਉਹਦੇ ਵਿੱਚ। ਔਰ ਪਹਿਲਾਂ ਇਹਦਾ ਨਾਂ ਓਰੀਐਂਟਲ ਕਾਲਜ ਆਫ ਐਜੂਕੇਸ਼ਨ ਜਿਹੜਾ ਹੈਗਾ, ਅੰਗਰੇਜ਼ੀ ਸਾਮਰਾਜ ਦੇ ਵੇਲੇ ਸਮਝੋ ਇਹਦੀ ਸਥਾਪਨਾ ਹੋਈ ਉਹਦੇ ਵਿੱਚ। ਠੀਕ ਹੈ। ਔਰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਵੀ ਅੰਗਰੇਜ਼ ਹੀ ਹੈਗਾ। ਠੀਕ ਹੈ। ਅਤੇ ਦੂਸਰੀ ਗੱਲ ਹੈ ਵੀ ਇਹਦੀ ਸਥਾਪਨਾ ਦੇ ਵਿੱਚ ਸਾਡੇ ਜਿਹੜੇ ਹੈਗੇ ਹੈ ਸਿਰਫ ਫਰੀਦਕੋਟ ਦੇ ਰਾਜਾ ਔਰ ਕਪੂਰਥਲਾ ਸਟੇਟ ਦੇ ਰਾਜਾ। ਠੀਕ ਹੈ। ਔਰ ਤੀਸਰਾ ਜਿਹੜਾ ਹੈਗਾ ਬਾਬਲਪੁਰ ਦਾ ਨਵਾਬ। ਠੀਕ ਹੈ। ਜਿਹੜੀ ਬਾਬਲਪੁਰ ਰਿਆਸਤ ਹੁਣ ਪਾਕਿਸਤਾਨ 'ਚ ਰਹਿ ਗਈ ਹੈ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਵਿੱਚ।
ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਰਜਵਾੜਿਆਂ ਨੇ ਨਹੀਂ ਜੋ ਯੋਗਦਾਨ ਪਾਇਆ ਹੋਣਾ। ਖਾਸ ਤੌਰ 'ਤੇ ਜੇ ਅਸੀਂ ਮਿਸਾਲ ਦੇ ਤੌਰ 'ਤੇ ਲੈ ਲਈਏ, ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੀਆਂ ਰਿਆਸਤਾਂ ਦਾ ਰਿਹਾ, ਜਿਨ੍ਹਾਂ ਦੇ ਵਿੱਚ ਜੀਂਦ, ਪਟਿਆਲਾ, ਨਾਭਾ, ਭਰਤਪੁਰ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨਹੀਂ ਇਹਦੇ ਵਿੱਚ। ਸੋ ਮੰਦਭਾਗੇ ਕਹਿ ਲਈਏ ਘਟਨਾ ਵਾਪਰੀ 1947 ਦੀ, ਹਾਂਜੀ ਅਤੇ ਕੁਦਰਤੀ ਗੱਲ ਹੈ ਵੀ ਇਸ ਯੂਨੀਵਰਸਿਟੀ ਦੀ ਜਿਹੜੀ ਜੂਰੀਡਿਕਸ਼ਨ ਦੀ ਉਹ ਇੱਧਰ ਤਾਂ ਆ ਹੀ ਨਹੀਂ ਸਕਦੀ ਸੀ। ਜਦੋਂ ਪਾਰਟੀਸ਼ਨ ਹੀ ਹੋ ਗਈ, ਬਿਲਕੁਲ, ਫਿਰ ਅਸੀਂ ਜਿਹੜੀ ਹੈਗੀ ਹੈ ਇਸ ਨੂੰ ਇੱਧਰ ਸ਼ਿਫਟ ਕੀਤਾ ਗਿਆ 47 ਦੇ ਵਿੱਚ ਜਿਹੜਾ ਹੈ, ਠੀਕ ਹੈ, ਔਰ ਇਹਦਾ ਨਾਮ ਰੱਖਿਆ ਗਿਆ ਈਸਟ ਪੰਜਾਬ ਯੂਨੀਵਰਸਿਟੀ ਜਿਹੜੀ ਹੈ। ਠੀਕ ਹੈ, ਪੰਜਾਬ ਦੇ ਵਿੱਚ ਮੌਜੂਦਾ ਪੰਜਾਬ ਲਾਹੌਰ ਦੇ ਵਿੱਚ ਹਾਲੇ ਵੀ ਉਸ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਨਹੀਂ, ਯੂਨੀਵਰਸਿਟੀ ਆਫ ਪੰਜਾਬ ਹੈ। ਠੀਕ ਹੈ, ਇਹ ਦੇਖਣ ਵਾਲੀ ਗੱਲ ਜਿਹੜੀ ਹੈਗੀ ਹੈ। ਬਿਲਕੁਲ, ਐਨੀ ਹਾਓ ਉੱਥੋਂ ਛੱਡ ਕੇ ਇਹ ਪਹਿਲੀ ਇਹਦੀ ਟੈਂਪਰੇਰੀ ਜਿਹੜੀ ਹੈਗੀ ਹੈ ਇੱਥੇ ਕੀਤੀ ਸੋਲਨ ਦੇ ਵਿੱਚ। ਠੀਕ ਹੈ, ਅਤੇ 1955-57 ਦੇ ਵਿੱਚ ਲਗਭਗ ਮੈਨੂੰ ਲੱਗਦਾ ਹੈ ਜਦੋਂ ਇਹ ਸਾਰਾ ਢਾਂਚਾ ਤਿਆਰ ਹੋ ਗਿਆ ਇਹਦੇ ਵਿੱਚ, ਫਿਰ ਇਹ ਚੰਡੀਗੜ੍ਹ ਜਿਹੜੀ ਹੈਗੀ ਹੈ ਇਹ ਸ਼ਿਫਟ ਕੀਤੀ ਗਈ ਹੈ। ਠੀਕ ਹੈ, ਅਤੇ ਜਿਸ ਵੇਲੇ ਉਹ ਪਹਿਲਾਂ ਸੀ, ਪਹਿਲਾਂ ਇਹਨਾਂ ਦਾ ਵੱਖੋ ਵੱਖਰੀਆਂ ਥਾਵਾਂ ਤੋਂ ਕੰਮਕਾਰ ਚੱਲਦਾ ਰਿਹਾ, ਜਲੰਧਰ ਤੋਂ ਵੀ ਚੱਲਦਾ ਰਿਹਾ ਜਾਂ ਹੁਸ਼ਿਆਰ। ਉਹ 47 ਤੋਂ 55 ਜਦੋਂ ਇਹਦੀ ਇੱਥੇ ਅਸੈਸਮੈਂਟ ਹੋ ਗਈ ਇਹਦੇ ਵਿੱਚ, ਹਾਂਜੀ, ਫਿਰ ਇਹਦਾ ਰੀਜਨਲ ਸੈਂਟਰ ਵੀ ਬਣਿਆ ਸਭ ਤੋਂ ਪਹਿਲਾਂ ਹੁਸ਼ਿਆਰਪੁਰ। ਠੀਕ ਹੈ, ਗੌਰਮੈਂਟ ਕਾਲਜ ਹੁਸ਼ਿਆਰਪੁਰ ਨੂੰ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਬਣਾਇਆ ਗਿਆ, ਜਿੱਥੇ ਕਿ ਵੈਦਿਕ ਔਰ ਸੰਸਕ੍ਰਿਤ ਭਾਸ਼ਾਵਾਂ ਜਿਹੜੀਆਂ ਹੈਗੀਆਂ, ਲਿਟਰੇਚਰ ਜਿਹੜਾ ਹੈਗਾ ਉਹਦਾ ਬਹੁਤ ਵੱਡਾ ਕੇਂਦਰ ਰਿਹਾ ਉਹਦੇ ਵਿੱਚ। ਮੌਜੂਦਾ ਵਿੱਚ ਦੇਖੀਏ ਅਸੀਂ ਇੱਕ ਇਹਦਾ ਸ੍ਰੀ ਮੁਕਤਸਰ ਸਾਹਿਬ ਜਿਹੜਾ ਹੈਗਾ ਰੀਜਨਲ ਸੈਂਟਰ ਹੈ। ਸੋ ਇਸ ਤਰ੍ਹਾਂ ਲਗਭਗ 180 ਪੰਜਾਬ ਦੇ ਕਾਲਜ ਇਹਦੇ ਨਾਲ ਜੁੜੇ ਹੋਏ ਨੇ। ਠੀਕ ਹੈ, 66 ਦੀ ਵੰਡ ਤੋਂ ਪਹਿਲਾਂ ਇਹਦਾ ਦਾਇਰਾ ਬਹੁਤ ਵੱਡਾ ਸੀ, ਠੀਕ ਹੈ, ਸਾਰਾ ਹਰਿਆਣਾ, ਔਰ ਹਰਿਆਣੇ ਦੇ ਬਹੁਤੇ ਕਾਲਜ ਜਿਹੜੇ ਹੈਗੇ ਆ ਉਹ ਇਹਦੇ ਨਾਲ ਜੁੜੇ ਹੋਏ ਸੀ। ਠੀਕ ਹੈ, ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸਥਾਪਨਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੀ ਇਕੱਠਿਆਂ ਦੀ ਹੁਣ ਇਹ ਕਹਿਰੋਂ ਦਾ ਹੈਗਾ ਸੀ ਆਈਡੀਆ ਇਹ ਵੀ ਇੱਕ ਜਿਹੜੀ ਹੈਗੀ ਹੈ ਸੰਸਕ੍ਰਿਤ ਭਾਸ਼ਾ ਵਾਸਤੇ, ਇੱਕ ਪੰਜਾਬੀ ਭਾਸ਼ਾ ਵਾਸਤੇ ਯੂਨੀਵਰਸਿਟੀ ਬਣਾਈ ਜਾਵੇ। ਜਿਹੜੀ ਸਾਡੀ ਕੁਰੂਕਸ਼ੇਤਰ ਯੂਨੀਵਰਸਿਟੀ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਨਾਂ ਤੋਂ ਜਿਹੜੀ ਹੈਗੀ ਸ਼ੁਰੂਆਤ ਹੋਈ ਸੀ, ਠੀਕ ਇਹ ਪੰਜਾਬੀ ਯੂਨੀਵਰਸਿਟੀ ਸਾਡੀ ਪੰਜਾਬੀ ਦੇ ਉੱਤੇ ਹੋਈ ਸੀ। 66 ਤੋਂ ਬਾਅਦ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੌਲੀ ਹੌਲੀ ਚੱਲਦਾ ਰਿਹਾ, ਜੂਰੀਡਿਕਸ਼ਨ ਇਹਨਾਂ ਕੋਲੇ ਰਹੀ ਹੋ ਰਿਹਾ। ਤੁਸੀਂ ਜੀ ਹੈਰਾਨ ਹੋਵੋਗੇ, ਕਿਸੇ ਵੇਲੇ ਪੰਜਾਬ ਯੂਨੀਵਰਸਿਟੀ ਹੀ ਇੱਕ ਐਸਾ ਅਦਾਰਾ ਸੀ ਜਿਹੜਾ 10ਵੀਂ ਤੋਂ ਲੈ ਕੇ FA BA MA ਤੱਕ ਦਾ ਇਮਤਿਹਾਨ ਲੈਂਦਾ ਹੁੰਦਾ ਸੀ ਉਹਦੇ ਠੀਕ ਹੈ, ਪੁਰਾਣੇ ਸਾਡੇ ਮੇਰੀ ਉਮਰ ਦੇ ਬੰਦਿਆਂ ਕੋਲ ਜਿਹੜੇ ਮੈਟ੍ਰਿਕੂਲੇਸ਼ਨ ਦੇ ਸਰਟੀਫਿਕੇਟ ਹੋਣਗੇ ਨਾ, ਉਹ ਤੇ ਹਾਲੇ ਵੀ ਪੰਜਾਬ ਯੂਨੀਵਰਸਿਟੀ ਹੈ। ਅੱਛਾ ਜੀ, ਉਦੋਂ ਕੋਈ ਬੋਰਡ ਸਕੂਲ ਔਰ ਬੋਰਡ ਐਜੂਕੇਸ਼ਨ ਕੋਈ ਨਹੀਂ ਹੁੰਦਾ ਸੀ ਠੀਕ ਉਹਦੇ ਹੈ, ਵਿੱਚ। ਅਤੇ ਫਿਰ ਬਹੁਤ ਵੱਡਾ ਧੱਕਾ ਬਲਿਆ ਜਦੋਂ ਬੰਸੀ ਲਾਲ ਹੋਰੀ ਹਰਿਆਣਾ ਦੇ ਚੀਫ ਮਿਨਿਸਟਰ ਬਣੇ ਨੇ। ਠੀਕ ਹੈ, ਉਹਨਾਂ ਨੇ ਰਾਤੋਂ ਰਾਤ ਜਿਹੜੇ ਹੈਗੇ ਆ ਹਰਿਆਣਾ ਦੇ ਵਿੱਚ ਪੈਂਦੇ ਕਾਲਜ ਜਿਹੜੇ ਹੈਗੇ ਆ ਉਹ ਇਹਦੇ ਨਾਲੋਂ ਡਿਸਫੀਲੀਏਟ ਕਰਕੇ ਤੋੜਦੇ ਸੀ। ਕਿਸੇ ਵੇਲੇ ਅੰਬਾਲੇ ਤੱਕ ਜਿਹੜੀ ਹੈਗੀ ਹੈ, ਕਰਨਾਲ ਤੱਕ ਵੀ ਜਿਹੜੇ ਹੈਗੇ ਇਹਦੇ 'ਚ। ਸੋ ਮੈਂ ਇਹ ਗੱਲ ਕਿ ਤੁਹਾਨੂੰ ਇਸ ਕਰਕੇ ਦੱਸ ਰਿਹਾ ਸਾਰੀ ਉਹਦੇ ਵਿੱਚ ਵੀ ਐਡਾ ਪੁਰਾਣਾ ਅਦਾਰਾ ਜਿਹੜਾ ਹੈ, ਜਿਹੜਾ ਸਾਡੀ ਕੌਮੀਅਤ ਦਾ ਬਹੁਤ ਵੱਡਾ ਚਿੰਨ੍ਹ ਹੈ, ਸਾਡੀ ਹੋਂਦ ਦੀ ਬਹੁਤ ਵੱਡੀ ਜਿਹੜੀ ਹੈਗੀ ਹੈ ਮਿਸਾਲ ਹੈਗੀ ਹੈ, ਉਹਨੂੰ ਅੱਜ ਦੇ ਸਮੇਂ ਦੇ ਵਿੱਚ ਢਾਹ ਲੱਗ ਰਹੀ ਹੈ ਉਹਦੇ ਵਿੱਚ। ਉਹਦੇ ਹੁਣ ਕਈ ਕਾਰਨ ਨੇ। ਠੀਕ ਹੈ, ਉਹ ਕਾਰਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਫਾਈਨਾਂਸ ਦਾ ਹੈਗਾ ਉਹਦੇ ਵਿੱਚ। ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਦੂਸਰੇ ਮੁੱਖ ਮੰਤਰੀਆਂ ਤੱਕ ਜਿਹੜਾ ਹੈਗਾ ਇਹ ਮਸਲਾ ਜਿਹੜਾ ਹੈਗਾ ਕਿਵੇਂ ਨਾ ਕਿਵੇਂ ਇਹ ਸੁਲਝਦਾ ਰਿਹਾ ਉਹਦੇ ਵਿੱਚ। ਠੀਕ ਹੈ, ਇਹਦੀ ਹੋਂਦ ਬਣੀ ਰਹੀ ਉਹਦੇ ਵਿੱਚ। ਠੀਕ ਹੈ, ਲੇਕਿਨ ਹੁਣ ਹਾਲਾਤ ਐਸੇ ਪੈਦਾ ਹੋ ਗਏ ਨੇ ਕਿ ਸਾਡੀਆਂ ਯੂਨੀਵਰਸਿਟੀਆਂ ਨੂੰ ਜਿਹੜੇ ਕਿ ਇੰਡੀਪੈਂਡੈਂਟ ਅਦਾਰੇ ਨੇ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਖੁਦ ਮੁਖਤਿਆਰੀ ਅਦਾਰੇ ਕਿਹਾ ਜਾਂਦਾ ਹੈ, ਉਹਨਾਂ ਦੇ ਵਾਸਤੇ ਸਾਡੇ ਕੋਲ ਫੰਡ ਹੀ ਨਹੀਂ ਹੈਗੇ। ਸਾਡੀ ਵਿੱਤੀ ਹਾਲਤ ਖਾਸ ਤੌਰ 'ਤੇ ਪੰਜਾਬ ਸਰਕਾਰ ਦੀ ਪਿਛਲੇ 10-15 ਸਾਲਾਂ 'ਚ ਅਸੀਂ ਜੇ ਦੇਖੀਏ 20 ਸਾਲਾਂ ਦੇ ਵਿੱਚ ਇੰਨੀ ਕਮਜ਼ੋਰ ਹੋ ਗਈ ਆ ਉਹਦੇ ਵਿੱਚ, ਔਰ ਉਹ ਹੌਲੀ ਪੇਤਲੀ ਪੈਂਦੀ ਹੋਈ ਇਸ ਪੁਆਇੰਟ 'ਤੇ ਆ ਗਈ ਹੈ ਕਿ ਹੁਣ ਯੂਨੀਵਰਸਿਟੀਆਂ ਦੇ ਫੰਡ ਦੇਣ ਨੂੰ ਕੋਈ ਵੀ ਸਰਕਾਰ ਤਿਆਰ ਨਹੀਂ ਹੈਗੀ ਇਹਦੇ 'ਚ। ਇਸੇ ਕਰਕੇ ਇਹ ਕੇਵਲ ਮਸਲਾ ਪੰਜਾਬ ਸਰਕਾਰ ਦਾ ਨਹੀਂ ਹੈ, ਹਰਿਆਣਾ ਸਰਕਾਰ ਦਾ ਵੀ ਇਹੀ ਹਾਲ ਹੈ। ਠੀਕ ਹੈ, ਉਹ ਕਹਿੰਦੇ ਨੇ ਵੀ ਆਪਣੇ ਵਸੀਲੇ ਆਪ ਪੈਦਾ ਕਰੋ। ਆਪਣੇ ਵਸੀਲੇ ਜਦੋਂ ਅਸੀਂ ਯੂਨੀਵਰਸਿਟੀ ਆਪਣੇ ਵਸੀਲੇ ਕਿੱਥੋਂ ਕਰੇਗੀ? ਉਹ ਵਿਦਿਆਰਥੀਆਂ ਦੀਆਂ ਫੀਸਾਂ ਵਧਾਏਗੀ, ਵਿਦਿਆਰਥੀਆਂ ਦੀ ਫੀਸ ਵਧੇਗੀ, ਰੋਸ ਪੈਦਾ ਹੋਊਗਾ। ਜਦੋਂ ਕਿ ਸਰਕਾਰ ਦਾ ਨਾਰਾ ਜਿਹੜਾ ਹੈ ਉਹ ਤਾਂ ਇਹ ਮੁਫਤ ਵਿੱਦਿਆ ਦਾ ਹੋਣਾ ਚਾਹੀਦਾ ਉਹਦੇ ਵਿੱਚ। ਬਿਲਕੁਲ, ਤੇ ਸਾਨੂੰ ਜਿਹੜਾ ਹੈਗਾ ਇੰਨੇ ਵਿੱਤੀ ਬੋਝ ਹੇਠ ਦੱਬਿਆ ਜਾ ਰਿਹਾ ਹੈ।
ਜਿਸ ਕਰਕੇ ਇਹ ਜਿਹੜੀ ਹੈਗੀ ਹੈ ਸਾਰਾ ਮਸਲਾ ਉੱਠ ਰਿਹਾ ਉਹਦੇ ਵਿੱਚ। 9 ਵਿਦਿਆਰਥੀ ਸੰਗਠਨ ਇਸ ਵੇਲੇ ਸੜਕਾਂ ਤੇ ਨੇ ਇਸ ਮੁੱਦੇ ਨੂੰ ਲੈ ਕੇ। ਵਿਦਵਾਨ ਦੀ ਗੱਲ ਕਰੀਏ, ਪੰਜਾਬ ਦੀ ਕੁਝ ਚਿੰਤਕ ਹੈਗੇ ਨੇ ਜਿਹੜੇ ਇਸ ਮੁੱਦੇ ਦੇ ਉੱਪਰ ਪ੍ਰਤੀਕਿਰਿਆ ਦੇ ਰਹੇ ਨੇ। ਖੁੱਲ੍ਹ ਕੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਪੱਖ ਦੇ ਉੱਪਰ ਆਪਣੀ ਗੱਲ ਨਹੀਂ ਰੱਖ ਰਿਹਾ, ਕੀ ਕਾਰਨ ਸਮਝਦੇ ਹੋ? ਇਹ ਹਰਜੀਤ ਜੀ ਇਹ ਹੋ ਸਕਦਾ ਹੈ ਜਿੱਥੋਂ ਤੱਕ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਹੈ ਵੀ ਹਾਲੇ ਇਹ ਸਰਕਾਰ ਨੂੰ ਚੁਣੀ ਹੋਈ ਨੂੰ 2-3 ਕੁ ਮਹੀਨੇ ਹੋਏ ਨੇ ਹਾਲੇ। ਤੇ ਦੂਸਰੀ ਗੱਲ ਹੈ ਵੀ ਇਹ ਸਰਕਾਰ ਦੇ ਨੁਮਾਇੰਦਿਆਂ ਕੋਲ ਮੈਨੂੰ ਲੱਗਦਾ ਉਹ ਤਜਰਬਾ ਨਹੀਂ ਹੈਗਾ ਜਿਹੜਾ ਇੱਕ ਜਿਹਨੂੰ ਕਹਿੰਦੇ ਨਾ ਕਾਗ ਪੋਲੀਟੀਸ਼ੀਅਨ ਕੋਲੇ ਹੁੰਦਾ ਹੈ, ਉਹ ਇਹਨਾਂ ਕੋਲੇ ਨਹੀਂ ਹੈਗਾ ਉਹਦੇ 'ਚ। ਠੀਕ ਹੈ। ਇਸ ਕਰਕੇ ਹਾਲੇ ਤਾਂ ਇਹ ਸਮਝੋ ਸਮਝਣ ਲੱਗੇ ਹੋਏ ਨੇ। ਸਰਕਾਰ ਕੋਲੇ ਇੰਨੀਆਂ ਵਿਆਪਕ ਜਿਹੜੀਆਂ ਹੈਗੀਆਂ ਚੁਣੌਤੀਆਂ ਨੇ ਉਹ ਇੱਕੋ ਦਿਨ 'ਚ ਤਾਂ ਨਜਿੱਠੀਆਂ ਨਹੀਂ ਜਾ ਸਕਦੀਆਂ। ਲੇਕਿਨ ਸਰਕਾਰ ਦਾ ਇਹ ਫਰਜ਼ ਬਣਦਾ ਹੈ ਵੀ ਇਹਨਾਂ ਚੁਣੌਤੀਆਂ 'ਚੋਂ ਪਹਿਲ ਕਿਹਨੂੰ ਦਈਏ, ਸਾਡੀ ਪ੍ਰਾਇੋਰਟੀ ਕੀ ਹੈਗੀ ਹੈ। ਠੀਕ ਹੈ, ਕਰਪਸ਼ਨ ਨੂੰ ਤੁਸੀਂ ਦੂਰ ਕਰ ਰਹੇ ਹੋ, ਮਾਫੀਆ ਨੂੰ ਤੁਸੀਂ ਹੌਲੀ ਹੌਲੀ ਨੱਥ ਪਾ ਰਹੇ ਹੋ ਉਹਦੇ ਵਿੱਚ, ਲੇਕਿਨ ਇਹਨਾਂ ਦੇ ਨਾਲ ਨਾਲ ਸਾਡੀ ਪ੍ਰਾਇੋਰਟੀ ਜਿਹੜੀ ਹੈਗੀ ਹੈ ਕਿਸੇ ਵੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਸਭ ਤੋਂ ਵੱਡੀ ਪ੍ਰਾਇੋਰਟੀ ਜਿਹੜੀ ਹੈ ਉਹ ਹੁੰਦੀ ਹੈ ਉਹਦੀ ਐਜੂਕੇਸ਼ਨ। ਫਿਰ ਹੁੰਦੀ ਹੈ ਉਹਦੀ ਮੈਡੀਕਲ ਫੈਸਿਲਿਟੀ ਜਿਹੜੀ ਹੈਗੀ ਹੈ, ਸਿਹਤ ਸੇਵਾਵਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹ ਕਹਿੰਦੇ ਨੇ ਨਾ ਵੀ ਕਿਸੇ ਕੌਮ ਨੂੰ ਜੇ ਪਿੰਗਲਾ ਬਣਾਉਣਾ ਹੋਵੇ ਉਹਨੂੰ ਕੋਈ ਮਾਰ ਕੱਟ ਕਰਨ ਦੀ ਲੋੜ ਨਹੀਂ ਹੈ, ਤੁਸੀਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਤਬਾਹ ਕਰ ਦਿਓ ਉਹਦੇ ਵਿੱਚ। ਇਹ ਮਕਾਲੇ ਦੀ ਜਿਹੜੀ ਨੀਤੀ ਆਈ ਹੈ ਨਾ ਉਹ ਇਸੇ ਸੰਦਰਭ 'ਚ ਆਈ ਸੀ। ਉਹਦੇ ਵਿੱਚ ਅੰਗਰੇਜ਼ਾਂ ਨੇ ਜਦੋਂ ਜਿਹੜੀ ਹੈਗੀ ਆਪਣਾ ਸਾਰਾ ਜਿਹੜਾ ਰਾਜ ਹਮਲਾ ਫੈਲਾਇਆ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਇੱਥੇ ਤੇ ਘਰ ਘਰ ਪਾਠਸ਼ਾਲਾ ਨੇ, ਇੱਥੇ ਸਾਡੇ ਕੋਲ ਐਡੀ ਵੱਡੀ ਰਿਚ ਜਿਹੜੀ ਹੈਗੀ ਹੈ ਲਿਟਰੇਚਰ ਦੀ, ਇਹ ਕਲਚਰ ਦੀ, ਉਹ ਐਡੀ ਸਾਡੇ ਕੋਲ ਜਿਹੜਾ ਹੈਗਾ ਵਿਰਸਾ ਹੈ ਉਹਦੇ ਵਿੱਚ। ਤੇ ਉਹ ਉਹਨਾਂ ਨੇ ਉਹਦੀ ਸਭ ਤੋਂ ਪਹਿਲਾਂ ਇਹਨਾਂ ਦਾ ਇਹ ਖ਼ਤਮ ਕਰੋ ਜਿਹਦੇ ਵਿੱਚੋਂ ਹਿੰਦੁਸਤਾਨ ਦੀ ਕੌਮੀਅਤ ਨੂੰ ਖ਼ਤਮ ਕੀਤਾ ਜਾ ਸਕੇ। ਉਹਦੇ ਵਿੱਚ ਇਹ ਮਕਾਲੇ ਦੀ ਨੀਤੀ ਸੀ ਜਿਹਨੂੰ ਅਸੀਂ ਵਾਈਟ ਕਾਲਰ ਪਾਲਿਸੀ ਆਖਦੇ ਹਾਂ। ਉਹਦੇ 'ਚ ਵਾਈਟ ਕਾਲਰ ਵੀ ਇਹਨਾਂ ਨੂੰ ਸਿਰਫ ਜੋਬ ਜੋਗੇ ਆਖਦੇ ਹੋ, ਗਿਆਨ ਦਾ ਜਿਹੜਾ। ਸੋ ਇਸ ਤਰ੍ਹਾਂ ਇਹ ਜਿਹੜੀ ਸਰਕਾਰ ਜਿਹੜੀ ਹੈਗੀ ਹੈ ਨਾ ਇਹਦੀ ਪ੍ਰਾਇੋਰਟੀ ਜਿਹੜੀ ਹੈਗੀ ਹੈ ਉਹ ਦੂਜੇ ਚੁਣੌਤੀਆਂ ਦੇ ਨਾਲ ਨਾਲ ਇੱਧਰ ਵੀ ਹੋਣੀ ਚਾਹੀਦੀ ਹੈ ਉਹਦੇ 'ਚ, ਜਿਹਨੂੰ ਕਿ ਹਾਲੇ ਤੱਕ ਇਹਨਾਂ ਦਾ ਸਿਸਟਮ ਜਿਹੜਾ ਹੈਗਾ ਉਹ ਮੇਰੇ ਖਿਆਲ ਇੱਧਰ ਪਿੰਨ ਪੁਆਇੰਟ ਕਰ ਹੀ ਨਹੀਂ ਸਕਿਆ। ਨੰਬਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਬਹੁਤ ਮਹੱਤਵਪੂਰਨ ਉਹਨਾਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਚਿੰਤਕ ਵਰਗ ਜਿਹੜਾ ਹੈਗਾ ਉਹਦੇ ਵਿੱਚੋਂ ਕੋਈ ਟਾਮਾ ਬੋਲ ਉਗੜਦਾ ਹੈਗਾ ਤੇ ਉਹ ਸਾਨੂੰ ਸੁਣਾਈ ਦਿੰਦਾ ਇਸ ਸਿਸਟਮ ਦੇ ਖਿਲਾਫ ਜਿਹੜਾ ਹੈਗਾ, ਕੇਂਦਰੀਕਰਨ ਦੀ ਇਸ ਨੀਤੀ ਦੇ ਖਿਲਾਫ ਜਿਹੜਾ ਹੋ ਰਿਹਾ। ਲੇਕਿਨ ਕਮਾਲ ਦੀ ਗੱਲ ਹੈ ਵੀ ਜਿਹੜੇ ਟੀਚਿੰਗ ਫੈਕਲਟੀ ਹੈਗੀ ਹੈ ਪੰਜਾਬ ਯੂਨੀਵਰਸਿਟੀ ਦੇ ਲਗਭਗ 70 ਡਿਪਾਰਟਮੈਂਟ ਨੇ ਉੱਥੇ, 10 ਉੱਥੇ ਰਿਸਰਚ ਸੈਂਟਰ ਨੇ। ਅਤੇ ਆਪਾਂ ਜਿਹੜੇ ਮੰਨ ਕੇ ਵੀ ਚੱਲੀਏ ਮਿਨੀਮਮ ਜਿਹੜਾ ਹੈ ਵੀ ਜੇ ਉੱਥੇ ਕੋਈ 5 ਬੰਦੇ ਵੀ ਜਿਹੜੇ ਹੈਗੇ ਆ, 4 ਬੰਦੇ ਵੀ ਇੱਕ ਡਿਪਾਰਟਮੈਂਟ ਦੇ ਵਿੱਚ ਹੋਣ ਤਾਂ ਤੁਸੀਂ ਅੰਦਾਜ਼ਾ ਲਾ ਲਓ ਉੱਥੇ 500-600 ਦੀ ਜਿਹੜੀ ਹੈਗੀ ਹੈ ਉੱਥੇ ਗਿਣਤੀ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਬੁੱਧੀਵਾਨ ਆਖਦੇ ਹੈਗੇ ਹਾਂ, ਬੁੱਧੀਜੀਵੀ ਸਾਡੇ ਪ੍ਰੋਫੈਸਰ ਨੇ ਜਾਂ ਹੋਰ ਹੈ। ਔਰ ਨਾਲ ਹੀ ਇਹਦੇ ਮੈਂ ਇਹ ਗੱਲ ਕਹੂੰਗਾ ਕਿ ਏਡੀ ਵੱਡੀ ਆਰਗੇਨਾਈਜੇਸ਼ਨ ਉੱਥੇ ਹੈਗੀ ਹੈ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ, ਉਹਨਾਂ ਦਾ ਹਾਲੇ ਤੱਕ ਮੈਂ ਤਾਂ ਕੋਈ ਬਿਆਨ ਕਿਸੇ ਅਖਬਾਰ 'ਚ ਪੜ੍ਹਿਆ ਨਹੀਂ ਹੈਗਾ। ਜਿਹੜੇ ਉਸ ਅਦਾਰੇ ਨਾਲ ਸੰਬੰਧਿਤ ਮੁਲਾਜ਼ਮ ਨੇ ਉਹਨਾਂ ਦਾ ਕਿਤੇ ਨਾ ਕਿਤੇ ਬੈਕਫੁੱਟ 'ਤੇ ਰਹਿਣਾ ਇਹ ਕੀ ਦਰਸਾਉਂਦਾ? ਦੇਖੋ ਮੈਨੂੰ ਇਹ ਜਿਹਾ ਲੱਗਦਾ ਉਹਦੇ ਵਿੱਚ ਖਾਸ ਤੌਰ 'ਤੇ ਜਦੋਂ ਵੀ ਆਪਾਂ ਦੇਖਦੇ ਹਾਂ ਨਾ ਜਿਹੜੇ ਇਹ ਪੇ ਕਮਿਸ਼ਨ ਆਉਂਦੇ ਨੇ, ਪੇ ਕਮਿਸ਼ਨਾਂ ਦੇ ਵਿੱਚ ਜਿਹੜਾ ਹੈਗਾ ਹਮੇਸ਼ਾ ਹੀ ਸਾਡੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਨੇ ਸਾਡੇ ਜਿਹੜੀ ਹੈਗੀ ਆ ਉਹਨਾਂ ਨੂੰ ਕਿਸੇ ਕਹਿੰਦੇ ਹੁੰਦੇ ਨੇ ਸੂਚਕ ਅੰਕ ਨਾਲ ਮਿਲਾ ਕੇ ਉਹਨੂੰ ਉਹ ਵਧਾ ਲੈਂਦੇ ਨੇ ਉਹਦੇ ਵਿੱਚ। ਠੀਕ ਹੈ। ਇਸ ਗੱਲ ਕਹਿਣ 'ਚ ਕੋਈ ਹੁਣ ਝਿਜਕ ਨਹੀਂ ਹੈਗੀ ਉਹਦੇ ਵਿੱਚ ਕਿ ਸਾਡੇ ਯੂਨੀਵਰਸਿਟੀ ਦੇ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਤਨਖਾਹਾਂ ਹੀ ਇੰਨੀਆਂ ਹੋ ਗਈਆਂ ਨੇ, ਇਹ ਬਹੁਤ ਵੱਡਾ ਜਿਹੜਾ ਹੈਗਾ ਫਾਈਨੈਂਸ਼ੀਅਲ ਕਰੰਚ ਜਿਹੜਾ ਹੈਗਾ ਨਜ਼ਰ ਆਉਂਦਾ ਉਹਦੇ ਵਿੱਚ। ਦੂਸਰੀ ਗੱਲ ਜਿਹੜੀ ਹੈਗੀ ਹੈ ਹੁਣ ਇਹ ਤਨਖਾਹਾਂ ਦੇ ਸੋਰਸ ਤਾਂ ਸਰਕਾਰ ਨੇ ਪੂਰੀਆਂ ਕਰਨੀਆਂ। ਬਿਲਕੁਲ। ਹੁਣ ਇਹ ਕਮਿਸ਼ਨ ਜਿਹੜਾ ਹੈਗਾ ਉਹ ਸੈਂਟਰ ਬਿਠਾਉਂਦਾ ਹੈ, ਉਹ ਆਪਣੀ ਅਪਰੂਵਲ ਦਿੰਦਾ ਹੈ। ਹੁਣ ਸਟੇਟ ਦੀ ਮਰਜ਼ੀ ਹੈ ਵੀ ਉਹ ਸੈਂਟਰ ਦੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਪਰੂਵ ਕਰਦਾ ਹੈ ਕਿ ਨਹੀਂ ਕਰਦਾ। ਨਾਲੇ 6 ਪੇ ਕਮਿਸ਼ਨ ਦਾ ਹੀ ਸਾਡਾ ਤਾਂ ਰੌਲਾ ਚੱਲ ਰਿਹਾ ਮੁਲਾਜ਼ਮਾਂ ਦਾ। ਇਹ ਜਿਹੜੀ ਗੱਲ ਕੀਤੀ ਹੈਗੀ ਆ ਦੇਖੋ
ਚੰਡੀਗੜ੍ਹ ਜਿਹੜਾ ਹੈਗਾ ਉਹਨੂੰ ਯੂਟੀ ਦਾ ਦਰਜਾ ਉਦੋਂ ਤੋਂ ਹੀ ਮਿਲਿਆ ਹੋਇਆ ਜਦੋਂ ਸਾਡਾ ਪੰਜਾਬੀ ਸੂਬੇ ਵਾਲਾ ਹੀ ਝਗੜਾ ਚੱਲ ਰਿਹਾ ਸੀ। ਬਿਲਕੁਲ ਠੀਕ ਹੈ ਨਹੀਂ, ਉਹ ਥੋੜ੍ਹੀ ਥੋੜ੍ਹੀ ਆਵਾਜ਼ ਉੱਠਦੀ ਰਹੀ, ਫਿਰ ਉਹ ਆਵਾਜ਼ ਥੋੜ੍ਹੀ ਥੋੜ੍ਹੀ ਉੱਠਦੀ ਦਬਦੀ ਬਿਲਕੁਲ ਹੀ ਦਬ ਗਈ। ਉਹ ਇਸ ਹੱਦ ਤੱਕ ਦਬ ਗਈ, ਪਹਿਲਾਂ ਤਾਂ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਯੂਟੀ ਰਹਿਣ ਦਿੱਤਾ, ਨਾ ਇਸ ਸਟੇਟ ਨੂੰ ਦਾ। ਫਿਰ ਹੌਲੀ ਹੌਲੀ ਅਸੀਂ ਆਪਣੇ ਸੂਬੇ ਦੀ ਜਿਹੜੀ ਹੈਗੀ ਆ ਹੋਂਦ ਦਾ ਵੀ ਕਲੇਮ ਬੰਦ ਕਰਤਾ। ਪਿਛਲੇ 15 ਸਾਲਾਂ ਦੇ ਵਿੱਚ ਮੈਂ ਨਹੀਂ ਦੇਖਿਆ, ਚਾਹੇ ਅਕਾਲੀਆਂ ਦੀ ਸਰਕਾਰ ਹੋਵੇ ਚਾਹੇ ਕਾਂਗਰਸੀਆਂ ਦੀ ਹੋਵੇ, ਕਿਸੇ ਨੇ ਪੰਜਾਬੀ ਸੂਬੇ ਦਾ ਮੁੱਦਾ ਉਠਾਇਆ ਹੋਵੇ। ਪੰਜਾਬੀ ਸੂਬੇ ਦਾ ਮਤਲਬ ਮੇਰਾ ਚੰਡੀਗੜ੍ਹ ਦਾ ਮੁੱਦਾ ਉਠਾਇਆ ਹੋਵੇ, ਭਾਖੜਾ ਡੈਮ ਦਾ ਹੋਵੇ, ਸਾਡੇ ਜਿਹੜੇ ਰਹਿ ਗਏ ਇਲਾਕੇ ਨੇ ਪੰਜਾਬੀ ਬੋਲਦੇ ਉਹਨਾਂ ਦਾ ਮੁੱਦਾ ਉਠਾਇਆ ਕਿਸੇ ਨੇ। ਔਰ ਇੱਕ ਇਹਦੇ ਨਾਲ ਹੀ ਜਿਹੜੀ ਅਸੀਂ ਗੱਲ ਜੋੜ ਸਕਦੇ ਹਾਂ ਨਾ, ਉਹ ਹੈਗਾ ਸਹੂਲਤਾਂ ਦੇ ਵਿੱਚ ਵਾਧਾ ਜਿਹੜਾ ਹੈ। ਠੀਕ ਹੈ। ਸੈਂਟਰਲ ਯੂਨੀਵਰਸਿਟੀ ਦਾ ਜਿਹੜਾ ਪੈਟਰਨ ਹੈ ਉਹਦੇ ਵਿੱਚ ਰਿਟਾਇਰਮੈਂਟ ਦੀ ਉਮਰ ਜਿਹੜੀ ਹੈਗੀ ਹੈ ਉਹ 65 ਸਾਲ ਹੈ। ਠੀਕ ਹੈ। ਤੇ ਸਟੇਟ ਯੂਨੀਵਰਸਿਟੀਆਂ ਦੇ ਵਿੱਚ 60 ਸਾਲ ਦੀ ਹੈ। ਠੀਕ ਹੈ। ਪਿਛਲੇ ਕਮਿਸ਼ਨ ਦੇ ਵਿੱਚ ਜਿਹੜਾ ਹੈ ਇਹ ਸਿਫਾਰਿਸ਼ ਸੀ UGC ਦੀ ਕਿ ਵੀ ਸਾਰਿਆਂ ਦੇ ਹੀ 65 ਸਾਲ ਕਰ ਦਿੱਤਾ ਜਾਵੇ। ਠੀਕ ਹੈ। ਹੁਣ ਇਸ ਉਮਰ ਨੂੰ ਹੱਦ ਉਮਰ ਨੂੰ ਮਤਲਬ 5 ਸਾਲ ਤੁਹਾਨੂੰ ਹੋਰ ਨੌਕਰੀ ਕਰਨ ਦਾ ਮੌਕਾ ਮਿਲਣਾ, ਤੇ ਉਹਦੇ ਨਾਲ ਜੁੜੇ ਹੋਏ ਸਾਡੇ ਜਿਹੜੇ ਸਹੂਲਤਾਂ ਨੇ ਭੱਤੇ ਨੇ ਉਹ ਸਾਨੂੰ ਮਿਲਣੀ ਹੈ। ਉਹ ਇਹਨਾਂ ਨੇ ਛੱਡਤਾ ਸੀ ਸਟੇਟ ਦੇ ਉੱਪਰ। ਠੀਕ ਹੈ। ਵੀ ਸਟੇਟ ਇਹਨੂੰ ਲਾਗੂ ਕਰੇ ਜਾਂ ਨਾ ਕਰੇ। ਔਰ ਅੱਜ ਤੋਂ ਮੈਨੂੰ ਯਾਦ ਹੈ 12-15 ਸਾਲ ਪਹਿਲਾਂ ਖੁਦ ਯੂਨੀਵਰਸਿਟੀ ਦੇ ਟੀਚਰਸ ਨੇ ਜਾਂ ਉਹਨਾਂ ਨੇ ਰਿਪਰੈਜ਼ੈਂਟੇਟਿਵ ਨੇ ਲਿਖ ਕੇ ਦਿੱਤਾ ਸੀ ਵੀ ਸਾਡੇ ਤੇ ਸੈਂਟਰਲ ਯੂਨੀਵਰਸਿਟੀ ਦੇ ਰੂਲ ਜਿਹੜੇ ਹੈਗੇ ਪੂਰਨ ਤੌਰ ਤੇ ਲਾਗੂ ਹੋਣ। ਠੀਕ ਹੈ। ਬੇਸਿਕ ਜਿਹੜਾ ਹੁਣ ਹੋਂਦ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਵੀ ਕੁਛ ਹਿੱਸਾ ਸੈਂਟਰ ਦਿੰਦਾ ਤੇ ਬਾਕੀ ਹਿੱਸਾ ਜਿਹੜਾ ਹੈਗਾ ਉਹ ਪੰਜਾਬ ਗਵਰਨਮੈਂਟ ਪਾਉਂਦੀ ਹੈ ਇਹਦੀ ਫਾਈਨਾਂਸ ਦੇ ਵਿੱਚ। ਹਾਂਜੀ। ਤੁਸੀਂ ਗੱਲ ਨੂੰ ਨੋਟ ਕਰਿਓ ਕਿ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਸਟੇਟ ਦਾ ਗਵਰਨਰ ਨਹੀਂ ਹੈ। ਅੱਛਾ ਜੀ। ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਿਹੜਾ ਹੈਗਾ ਉਹ ਸਾਡੇ ਦੇਸ਼ ਦਾ ਉਪ ਰਾਸ਼ਟਰਪਤੀ ਹੈਗਾ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੀ ਸੈਂਟਰਲ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦੇ ਨੇ। ਸੌਰੀ, ਠੀਕ ਹੈ। ਚਾਂਸਲਰ ਦੀ ਗੱਲ ਕਰਦਾ ਮੈਂ। ਠੀਕ ਹੈ। ਵੀ ਸਾਡਾ ਚਾਂਸਲਰ ਜਿਹੜਾ ਹੈਗਾ ਐਜ਼ ਪਰ ਦੀ ਸਟੇਟ ਰੂਲ ਉਹ ਸਾਡਾ ਗਵਰਨਰ ਨਹੀਂ ਹੈ, ਠੀਕ ਹੈ। ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਹੁਣ ਕਿਉਂਕਿ ਉਹ ਜਿਹੜੀ ਸਹਾਇਤਾ ਕੇਂਦਰ ਵਾਲੇ ਦੇ ਰਹੇ ਨੇ ਉਹਦੇ ਵਿੱਚ ਫਾਈਨਾਂਸ ਇਨਵੋਲਵ ਹੈ ਬਹੁਤ, ਤੇ ਜਿਹੜਾ ਬੰਦਾ ਫਾਈਨਾਂਸ ਇਨਵੋਲਵ ਕਰੂਗਾ ਫਿਰ ਆਪਣੀਆਂ ਨੀਤੀਆਂ ਵੀ ਘੜਦੇ ਨੇ ਉਹਦੇ 'ਚ। ਤੇ ਮੁਲਾਜ਼ਮਾਂ ਦੀ ਜਿਹੜੀ ਮਤਲਬ ਆਵਾਜ਼ ਦਬੀ ਹੋਈ ਹੈ, ਮੇਰਾ ਆਪਣਾ ਮਤ ਹੈ ਵੀ ਕਿਤੇ ਨਾ ਕਿਤੇ ਉਹਨਾਂ ਦਾ ਇਹ ਪੱਖ ਜੁੜਿਆ ਹੋਇਆ ਹੈ। ਤੁਹਾਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਆਪੋਜੀਸ਼ਨ ਪਾਰਟੀਆਂ ਦਾ ਵੀ ਇਸ ਮੁੱਦੇ ਤੇ ਨਾ ਬੋਲਣਾ ਕੋਈ ਹੋਰ ਕਾਰਨ ਨੂੰ ਸੰਕੇਤ ਦਿੰਦਾ? ਦੇਖੋ ਗੱਲ ਇਹ ਹੈਗੀ ਹੈ, ਪਹਿਲੀ ਗੱਲ ਤਾਂ ਆਪਾਂ ਮੌਜੂਦਾ ਸਰਕਾਰ ਦੀ ਕਰੀਏ। ਉਹਦੇ ਵਿੱਚ ਇਹ ਸਰਕਾਰ ਜਿਹੜੀ ਹੈਗੀ ਹੈ, ਮੈਂ ਜਿਵੇਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਹੋਣਾ ਬਈ ਇਹਦੇ ਵਿੱਚ ਕੋਈ ਨਾ ਜਿਹੜੇ ਮੈਚਿਓਰ ਪੋਲੀਟੀਸ਼ੀਅਨ ਜਿਹੜੇ ਹੈਗੇ, ਬਿਲਕੁਲ ਭਗਵੰਤ ਮਾਨ ਹੈ, ਹੋਰ ਹੈ 2-4 ਨੂੰ ਛੱਡ ਕੇ, ਇਸ ਤਰ੍ਹਾਂ ਜਿਵੇਂ ਸਾਡਾ ਸੁਨਾਮ ਵਾਲਾ MLA ਹੈ ਅਰੋੜਾ ਜਿਹੜਾ ਹੈ, ਇਹ ਉਹ ਬੰਦੇ ਨੇ ਜਿਹਨੇ 10-10 15-15 ਸਾਲ ਜਿਹੜੇ ਹੈਗੇ ਆ ਲਾਏ ਨੇ ਪਾਰਟੀ ਵਾਸਤੇ ਵੀ ਔਰ ਪੋਲੀਟਿਕਸ ਵਾਸਤੇ। ਇਹਦੇ 'ਚ ਕੁਛ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਨਵੇਂ ਚਿਹਰੇ ਨੇ ਔਰ ਮੰਤਰੀ ਨੇ, ਉਹ ਮੰਤਰੀ ਨੇ। ਉਹਨਾਂ ਨੂੰ ਨਾ ਵਿਧਾਇਕ ਵਾਲਾ ਤਜਰਬਾ ਹੈ, ਮੰਤਰੀ ਵਾਲਾ ਤਾਂ ਬਹੁਤ ਪਿੱਛੇ ਹੋਣਾ ਸੀ। ਇਹ ਜਿਹੜੀ ਸਾਡੇ ਸਿੱਖਿਆ ਮੰਤਰੀ ਦੀ ਸਟੇਟਮੈਂਟ ਕੱਲ੍ਹ ਆਈ ਹੈ, ਇਹ ਤਾਂ ਸਿੱਖਿਆ ਮੰਤਰੀ ਦੀ ਸਟੇਟਮੈਂਟ ਜਿਹੜੀ ਹੈਗੀ ਹੈ ਉਸੇ ਦਿਨ ਆ ਜਾਣੀ ਚਾਹੀਦੀ ਸੀ ਜਿਸ ਦਿਨ ਇਹ ਐਲਾਨ ਹੋਇਆ ਸੀ ਵੀ ਕੇਂਦਰ ਸਾਡੀ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਜਾ ਰਿਹਾ ਹੈ। ਜੇ ਉਦੋਂ ਨਾ ਆਉਂਦੀ, ਘੱਟੋ ਘੱਟ ਜਦੋਂ ਵਿਦਿਆਰਥੀਆਂ ਨੇ ਪਹਿਲਾ ਰੋਸ ਪ੍ਰਗਟ ਕੀਤਾ, ਇਹ ਤਾਂ ਉਸ ਵੇਲੇ ਵੀ ਆ ਜਾਣੀ ਚਾਹੀਦੀ ਸੀ। ਹੇਅਰ ਦੀ ਸਟੇਟਮੈਂਟ ਤੋਂ ਇਹ ਲੱਗਦਾ ਹੈ ਕਿ ਹੇਅਰ ਸਾਡੇ ਸਿੱਖਿਆ ਮੰਤਰੀ ਜਾਂ ਕੋਈ ਵੀ ਮੰਤਰਾਲਾ ਲੈਗਾ ਆਜ਼ਾਦਾਨਾ ਤੌਰ 'ਤੇ ਨਹੀਂ ਹੈ। ਉਹਨਾਂ ਦੀ ਤਾਰ ਜਾਂ ਤਾਂ CM ਦੀ ਹਿਲਦੀ ਹੈ ਔਰ ਜਿਵੇਂ ਜਿਹੜੇ ਹੈਗਾ ਸੁਣਿਆ ਜਾਏ CM ਦੀ ਕਿਤੋਂ ਹੋਰ ਹਿਲਦੀ ਹੈ। ਸਾਡੀਆਂ ਇਹ ਤਾਂ ਗੱਲਾਂ ਜਿਹੜੀਆਂ ਹੈਗੀਆਂ। ਦੂਜੀ ਗੱਲ ਰਹੀ ਆਪੋਜੀਸ਼ਨ ਦੀ, ਮੈਂ ਤਾਂ ਆਪ ਹੈਰਾਨ ਹੈ ਇਸ ਦੇ ਉੱਤੇ ਵੀ ਏਡੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਨੇ, ਚੋਣਾਂ ਦਾ ਦੌਰ ਚੱਲ ਰਿਹਾ, ਸੰਗਰੂਰ ਜਿਮਨੀ ਚੋਣ ਦੇ ਉੱਪਰ ਹਾਲੇ ਤੱਕ ਕਿਸੇ ਪਾਰਟੀ ਦਾ, ਨਾ ਕਾਂਗਰਸ ਦਾ ਨਾ ਅਕਾਲੀ ਦਲ ਦਾ ਇੱਥੇ ਉਮੀਦਵਾਰ ਜਿਹੜਾ ਅਕਾਲੀ ਦਲ ਆੜਾ ਦਾ ਵੀ ਜਿਹੜੇ ਹੈਗੇ ਅੰਮ੍ਰਿਤਸਰ ਦੇ ਖੁਦ ਆਪ ਲੜ ਰਹੇ ਨੇ, ਹਰਸਿਮਰਤ ਸਿੰਘ ਮਾਨ ਜੀ, ਨਾ BJP ਵਾਲਿਆਂ ਦਾ ਕਿਸੇ ਦਾ ਕੋਈ ਬਿਆਨ ਨਹੀਂ ਆਇਆ, ਲੋਕਾਂ 'ਚ ਕੋਈ ਪ੍ਰਤੀਕਿਰਿਆ ਨਹੀਂ ਹੈ। ਔਰ ਸਭ ਤੋਂ ਵੱਡੀ ਹੈਰਾਨੀ ਹੋ ਰਹੀ ਹੈ ਕਿ ਸਾਡੀਆਂ ਸੋ ਕਾਲਡ ਜਥੇਬੰਦੀਆਂ ਜਿਹੜੀਆਂ ਹੈਗੀਆਂ, ਖੱਬੇ ਪੱਖੀ ਪਾਰਟੀਆਂ ਸੀ ਜਿਹਨਾਂ ਨੂੰ ਆਖਦੀਆਂ, ਬਿਲਕੁਲ ਮੌਨ ਧਾਰ ਰੱਖਿਆ ਉਹਨਾਂ ਨੇ। ਔਰ ਇਹ ਛੋਟੇ ਜਿਹੇ ਜਿਹੜੀ ਹੈਗੀ ਹੈ ਕੰਸਟੀਚੁਐਂਸੀ ਦੇ ਵਿੱਚ ਅਸੀਂ ਕਹੀਏ ਸਿਰਫ ਸੰਗਰੂਰ ਦੀ ਉਪਚੋਣ ਦੇ ਵਿੱਚ ਕੋਈ ਇਹੋ ਜਿਹਾ ਇਸ਼ੂ ਮੁੱਦਾ ਜਿਹੜਾ ਹੈਗਾ ਉਹ ਉਠਾਇਆ ਹੀ ਨਹੀਂ ਜਾ ਰਿਹਾ। ਬਿਲਕੁਲ ਕਿਸਾਨ ਅੰਦੋਲਨ ਦੀ ਜਿੱਤ ਦਾ ਦੋਸਤੋ ਕਾਰਨ ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਉਸ ਦੇ ਵਿੱਚ ਮਤਲਬ
ਸਿਆਣੀ ਉਮਰ ਦੇ ਪੱਖ ਤੋਂ ਲੈ ਕੇ ਇੱਕ ਨੌਜਵਾਨ ਉਮਰ ਦੇ ਪੱਖ ਤੋਂ ਲੈ ਕੇ ਹਰ ਇਨਸਾਨ ਨੇ ਸ਼ਮੂਲੀਅਤ ਕੀਤੀ। ਇਹ ਜਿਹੜਾ ਮੁੱਦਾ ਹੈ, ਇਹਦੇ ਵਿੱਚ ਜੇ ਹਰ ਇਨਸਾਨ ਸ਼ਮੂਲੀਅਤ ਦੇਵੇ, ਆਪਣੀ ਹਰ ਇਨਸਾਨ ਆਪਣਾ ਪੱਖ ਰੱਖੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜਾ ਸਾਡਾ ਵਿਰਸਾ ਜਾ ਰਿਹਾ ਸਾਡੇ ਤੋਂ, ਸਾਡਾ ਇਤਿਹਾਸ ਖੋਹਿਆ ਜਾ ਰਿਹਾ, ਇਹ ਬਚਾਇਆ ਜਾ ਸਕਦਾ ਹੈ। ਤੇ ਕੇਂਦਰ ਸਰਕਾਰ ਦੀਆਂ ਇਹ ਨੀਤੀਆਂ ਖਿਲਾਫ ਜਿਹੜੀ ਵੀ ਪਾਰਟੀ ਇਸ ਵੇਲੇ ਆਵਾਜ਼ ਬੁਲੰਦ ਕਰੇਗੀ, ਉਹ ਉਸ ਇਤਿਹਾਸ ਦਾ ਗਵਾਹ ਜ਼ਰੂਰ ਬਣੇਗੀ। ਪੰਜਾਬ ਸਰਕਾਰ ਨੂੰ ਇਸ ਮੁੱਦੇ ਦੇ ਉੱਪਰ ਕੋਈ ਜ਼ਿਆਦਾ ਧਿਆਨ ਦਿੱਤਾ ਨਹੀਂ ਜਾ ਰਿਹਾ। ਤੁਹਾਨੂੰ ਕਿੰਨਾ ਕੁ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਹੱਥ 'ਚ ਇਹ ਗੱਲ ਹੈਗੀ ਹੈ, ਤੇ ਕਿਸ ਤਰੀਕੇ ਨਾਲ ਉਹ ਇਹ ਬਚਾ ਸਕਦੇ ਨੇ ਇਸ ਮੁੱਦੇ ਨੂੰ? ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਕੇ ਡਿਆ ਵੀ ਸਾਡੀਆਂ ਜਿਹੜੇ ਚੈਲੰਜ ਨੇ ਪੰਜਾਬ ਸਰਕਾਰ ਦੇ ਕੋਲੇ, ਚੁਣੌਤੀਆਂ ਨੇ, ਉਹਦੇ ਵਿੱਚੋਂ ਪ੍ਰਾਇਰਟੀ ਨੂੰ ਪਛਾਣਨ ਦੀ ਯਾਦ ਵਿੱਚ। ਠੀਕ ਹੈ, ਠੀਕ ਹੈ ਨਹੀਂ? ਜਿਵੇਂ ਅਸੀਂ ਕਹਿੰਦੇ ਵੀ ਸਿਹਤ ਦੀਆਂ ਔਰ ਐਜੂਕੇਸ਼ਨ, ਇਹ ਸਾਡੀ ਮੁੱਢਲੀ ਜਿਹੜੀ ਹੈਗੀ ਲੋੜ ਹੈ ਕਿਸੇ ਵੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ। ਸਾਡਾ ਸਟੇਟ ਜਿਹੜੀ ਹੈਗੀ ਆ ਉਹ ਐਡੀ ਨਹੀਂ ਹੈ ਕਿ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਉਹ ਫੀਸਾਂ ਤਾਰ ਸਕੇ ਉਹਦੇ 'ਚ। ਇਹਦੇ ਵਿੱਚ ਇੱਕ ਆਪਾਂ ਗੱਲ ਜਿਹੜੀ ਹੈਗੀ ਨਾ ਕਰਨੀ ਰਹਿ ਗਈ ਉਹਦੇ ਵਿੱਚ। ਹਾਂਜੀ, ਇੱਕ ਜਿਹੜਾ ਮਾਹੌਲ ਸਿਰਜਿਆ ਗਿਆ ਨਾ ਸਾਡੇ ਪ੍ਰਾਈਵੇਟਾਈਜੇਸ਼ਨ ਦਾ, ਹਾਂਜੀ, ਜਿਹਨੂੰ ਅਸੀਂ ਲਿਬਰਲਾਈਜੇਸ਼ਨ ਦਾ ਕਹਿੰਦੇ ਆ, ਉਹਨੇ ਬਹੁਤ ਨੁਕਸਾਨ ਪਹੁੰਚਾਇਆ ਉਹਦੇ 'ਚ। ਠੀਕ ਹੈ। ਅੱਜ ਤੁਸੀਂ ਦੇਖੋ ਕਿਸੇ ਵੇਲੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਸਿਰਫ ਗਿਣਤੀ ਦੀ, ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਸੀ, ਠੀਕ ਹੈ ਨਹੀਂ, ਫਿਰ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਪੰਜਾਬੀ ਯੂਨੀਵਰਸਿਟੀ ਵੀ ਆ ਗਈ, ਫਿਰ ਉਹਦੇ ਵਿੱਚ ਫਿਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਵੀ ਹੈ, ਫਿਰ ਸਾਡੇ ਕੋਲ ਗੁਰੂ ਨਾਨਕ ਯੂਨੀਵਰਸਿਟੀ ਵੀ ਹੈ। ਐਨੀ ਹਾਊ ਸਾਡੇ ਕੋਲ ਇਹ 4-5 ਯੂਨੀਵਰਸਿਟੀਆਂ ਹੈਗੀਆਂ ਸੀ। ਜਾਂ ਸਾਡੇ ਉਦੋਂ ਬਾਅਦ ਤੁਸੀਂ ਦੇਖੋ ਇਹ ਪਿਛਲੇ 10 ਸਾਲਾਂ ਦੇ ਵਿੱਚ, 10-15 ਸਾਲਾਂ ਦੇ ਵਿੱਚ, ਖਾਸ ਤੌਰ 'ਤੇ ਅਕਾਲੀ ਗੌਰਮੈਂਟ ਵੇਲੇ, ਪ੍ਰਾਈਵੇਟ ਵਾਲੀ ਗੱਲ ਤੋਂ ਦੁਬਾਰੇ ਆ ਜਾਓ, ਲਾਈਟ ਗਈ ਸੀ, ਆਪਾਂ ਨੂੰ ਕੱਟ ਲਾਂ ਜਿਹੜੇ ਪ੍ਰਾਈਵੇਟ। ਇੱਕ ਇਹ ਮੁੱਦਾ ਜਿਹੜਾ ਹੈਗਾ ਨਾ, ਇਹਦੇ ਵਿੱਚ ਇਹਦੇ ਨਾਲ ਮੈਡੀਕਲ ਫੈਸਿਲਿਟੀਜ਼ ਔਰ ਸਿਹਤ ਸਹੂਲਤਾਂ ਸਾਡੀਆਂ ਸਿੱਧੀਆਂ ਹੋਣ ਦਾ ਵੀ ਹੋਣੀਆਂ ਚਾਹੀਦੀਆਂ ਨੇ। ਪ੍ਰਾਇਓਰਟੀ ਜਿਹੜੀ ਆਪਾਂ ਗੱਲ ਕਰਕੇ ਗਏ ਸੀ, ਜੇ ਇਨ ਕੇਸ ਕੇਂਦਰ ਆਪਣੀ ਇਸ ਨੀਤੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ, ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਜਾਂਦਾ, ਕਿੰਨਾ ਕੁ ਵੱਡਾ ਘਾਟਾ ਇਤਿਹਾਸਿਕ ਤੌਰ 'ਤੇ ਤੇ ਆਰਥਿਕ ਤੌਰ 'ਤੇ ਪੰਜਾਬ ਨੂੰ? ਬਹੁਤ ਵੱਡਾ ਪੈਣਾ, ਬਹੁਤ ਵੱਡਾ ਘਾਟਾ ਪੈਣਾ ਹੈ। ਇਹਦੇ ਵਿੱਚ ਨਿੱਜੀ ਮਫਾਦ ਤਾਂ ਥੋੜ੍ਹੀ ਦੇਰ ਲਈ ਖਤਮ ਹੋ ਜਾਣਗੇ। ਠੀਕ ਹੈ ਜੀ, ਉਹ ਥੋੜ੍ਹੀ ਦੇਰ ਹੀ ਚੱਲਣਗੇ, ਉਹ ਬਹੁਤੀ ਦੇਰ ਨਹੀਂ ਚੱਲਦੇ। ਠੀਕ ਹੈ ਜੀ। ਪਰ ਸਭ ਤੋਂ ਵੱਡੀ ਗੱਲ ਹੈ, ਇੱਕ ਵਾਰੀ ਸਾਡੇ ਜਿਹੜੀ ਤਾਂ ਸਾਡੇ ਇਤਿਹਾਸ ਦੇ ਉੱਪਰ ਹੀ ਪੂਰਾ ਪੋਚਾ ਫਿਰ ਜਾਣਾ, ਸਾਡੀ ਕਲਚਰ ਦੇ ਉੱਤੇ ਸਾਰਾ ਜਿਹੜਾ ਹੈਗਾ ਪੋਚਾ ਫਿਰ ਜਾਣਾ ਉਹਦੇ ਵਿੱਚ। ਕਿਉਂ? ਫਿਰ ਕੇਂਦਰ ਸਰਕਾਰ ਦੀਆਂ ਨੀਤੀਆਂ ਲਾਗੂ ਹੋਣਗੀਆਂ ਇੱਥੇ ਸਾਡੇ ਸਿਲੇਬਸ ਨੇ ਜਿਹੜੇ, ਸਾਡਾ ਕਰਿਕੂਲਮ ਜਿਹੜਾ ਹੈਗਾ ਉਹ ਕੇਂਦਰ ਦੇ ਹਿਸਾਬ ਨਾਲ ਬਣੂਗਾ। ਉਹ ਚਾਹੇ ਫਿਲਾਸਫੀ ਦੀ ਗੱਲ ਹੋਵੇ, ਚਾਹੇ ਉਹ ਲਿਟਰੇਚਰ ਦੀ ਗੱਲ ਹੋਵੇ, ਚਾਹੇ ਉਹ ਸਾਇੰਸ ਦੀ ਗੱਲ ਹੋਵੇ, ਉਹ ਸਾਰੀਆਂ ਨੀਤੀਆਂ ਜਿਹੜੀਆਂ ਹੈਗੀਆਂ ਫਿਰ ਉਸ ਕੇਂਦਰ ਦੇ ਹਿਸਾਬ ਨਾਲ ਬਣਨਗੀਆਂ ਉਹਦੇ ਵਿੱਚ। ਉਦਾਹਰਨ ਦੇ ਤੌਰ 'ਤੇ ਫਿਰ ਇਹ ਥੋੜ੍ਹਾ ਤੁਸੀਂ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਉਹ ਬੰਦਾ ਬਹਾਦਰ ਦੀ ਜਾਂ ਗੁਰੂਆਂ ਦੇ ਇਤਿਹਾਸ ਦੀ ਜਾਂ ਸਾਡੇ ਯੋਧਿਆਂ ਦੇ ਇਤਿਹਾਸ ਦੀ ਜਾਂ ਗਦਰੀ ਬਾਬਿਆਂ ਦੀਆਂ ਕੋਈ ਜਿਹੜੀ ਹੈਗੀਆਂ ਗੱਲਾਂ ਆ ਤੁਹਾਡੇ ਸਾਹਮਣੇ ਹੋ ਰਿਹਾ, ਇਤਿਹਾਸ ਮੁੜ ਕੇ ਲਿਖਿਆ ਜਾ ਰਿਹਾ ਹੈ। ਠੀਕ ਹੈ, ਅੰਗਰੇਜ਼ ਸਰਕਾਰ ਨੇ ਜਿਵੇਂ ਕਹਿ ਰਹੇ ਨੇ ਹੁਣ ਸਟੇਟਮੈਂਟਾਂ ਆ ਰਹੀਆਂ, ਆਪਣੀ ਮਰਜ਼ੀ ਨਾਲ ਲਿਖਵਾਇਆ ਇਹਦੇ ਵਿੱਚ। ਹਰ ਹਕੂਮਤ ਆਪਣੀ ਮਰਜ਼ੀ ਨਾਲ ਲਿਖਵਾਉਂਦੀ ਹੈ। ਜੇ ਇਹ ਸੈਂਟਰਲ ਯੂਨੀਵਰਸਿਟੀ ਜਿਹੜੀ ਹੈਗੀ ਹੈ ਆ ਜਾਂਦੀ ਹੈ, ਇਹ ਸਾਡੀਆਂ ਨੀਤੀਆਂ ਬਦਲ ਜਾਣੀਆਂ ਨੇ ਸਾਰੀਆਂ ਜਿਹੜੀਆਂ ਹੈਗੀਆਂ, ਕਿਉਂਕਿ ਅਸੀਂ ਡਿਪੈਂਡ ਹੀ ਉਹਨਾਂ 'ਤੇ ਹੋ ਜਾਣਾ। ਡਿਪੈਂਡ ਕੀ, ਸਾਡਾ ਸਾਰਾ ਕੁਝ ਹੀ ਦਾਰੋਮਦਾਰ ਹੀ ਉੱਥੇ ਚਲਿਆ ਜਾਣਾ। ਰਾਜਨੀਤਿਕ ਅਦਾਰਿਆਂ ਤੋਂ ਇਲਾਵਾ ਕੇਂਦਰੀ ਸਭਾਵਾਂ ਜਿਹੜੀਆਂ ਆਪਣੀਆਂ ਸਾਹਿਤ ਸਭਾਵਾਂ ਦੀ ਗੱਲ ਕਰੀਏ ਜਾਂ ਭਾਸ਼ਾ ਵਿਭਾਗ ਦੀ ਗੱਲ ਕਰੀਏ, ਵਿਦਿਆਰਥੀ ਸੰਗਠਨ ਦੀ ਗੱਲ ਕਰੀਏ, ਕਿਹੜੇ ਅਦਾਰੇ ਤੁਹਾਨੂੰ ਲੱਗਦਾ ਨੇ ਜਿਹੜੇ ਇਸ ਮੁੱਦੇ ਦੇ ਉੱਪਰ ਭਰਪੂਰ ਯੋਗਦਾਨ ਪਾ ਸਕਦੇ ਤੇ ਜਿਹੜੇ ਇੱਕ ਹਜੂਮ ਖੜਾ ਕਰ ਸਕਦੇ ਨੇ ਕਿ ਅਸੀਂ ਇਹ ਕੇਂਦਰੀਕਰਨ ਤੋਂ ਰੋਕ ਸਕੀਏ? ਦੇਖੋ ਜੀ, ਇਹਦੇ ਨਾਲ ਸਭ ਤੋਂ ਵੱਡੀ ਗੱਲ ਤਾਂ ਬਹੁਤ ਦੁੱਖ ਦੀ ਗੱਲ ਹੈਗੀ ਹੈ ਬਈ ਪੰਜਾਬ ਦੇ ਪੱਧਰ ਦੇ ਉੱਤੇ ਲੇਖਕਾਂ ਦੀਆਂ, ਖਾਸ ਤੌਰ 'ਤੇ ਚਿੰਤਕਾਂ ਦੀਆਂ ਦੋ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨਸ ਹੈਗੀਆਂ। ਬਿਲਕੁਲ। ਕੇਂਦਰੀ ਪੰਜਾਬੀ ਲੇਖਕ ਸਭਾ ਔਰ ਦੂਜੀ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖੋ। ਬਿਲਕੁਲ। ਔਰ ਇਹ ਲੱਗਦਾ ਹੈ ਵੀ ਕਈ ਵਾਰੀ ਯਾਰ ਵੀ ਇਹਨਾਂ ਦਾ ਹਾਲ ਤੱਕ ਕਿਸੇ ਦਾ ਕੋਈ ਬਿਆਨ ਨਹੀਂ, ਮੈਨੂੰ ਤਾਂ ਮਿਲਿਆ ਨਹੀਂ ਹੈ ਕਿਤੇ ਪੜ੍ਹਨ ਦਾ। ਨਾ ਸਾਡੇ ਮਿੱਤਰ ਦਰਸ਼ਨ ਸਿੰਘ ਬੁੱਟਰ ਦਾ ਕੋਈ ਬਿਆਨ ਆਇਆ, ਨਾ ਹੀ ਸਾਡੇ ਜਿਹੜੇ ਹੈਗੇ ਸਿੱਖ ਸਭਾ ਦੇ ਜਿਹੜੇ ਪ੍ਰਧਾਨ ਨੇ ਡਾਕਟਰ ਤੇਜਵੰਤ ਸਿੰਘ ਮਾਨ ਦਾ ਕੋਈ ਬਿਆਨ ਇਹਦੇ ਉੱਤੇ ਆਇਆ। ਬਿਲਕੁਲ। ਇਹਨਾਂ ਨੂੰ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਹੈ। ਲੇਖਕਾਂ ਦੀ ਜਥੇਬੰਦੀ ਨੂੰ ਵੀ ਲਾਮਬੰਦ ਹੋਣਾ ਚਾਹੀਦਾ ਇਸ ਇਸ਼ੂ ਦੇ ਉੱਪਰ। ਵਿਦਿਆਰਥੀ ਤਾਂ ਆਪਣਾ ਰੋਸ ਪ੍ਰਗਟ ਕਰ ਹੀ ਰਹੇ ਨੇ ਜਿਹੜੇ ਹੈਗੇ ਆ, ਲੇਕਿਨ ਦੂਸਰੇ ਬੁੱਧੀਜੀਵੀਆਂ ਨੂੰ ਵੀ ਜਿਹੜੇ ਹੈਗੇ ਆ, ਮੁਲਾਜ਼ਮਾਂ ਦਾ ਫਰੰਟ ਜਿਹੜਾ ਹੈਗਾ ਉਹਦੇ ਵਿੱਚ, ਉਹਨਾਂ ਨੂੰ ਵੀ ਇਹ 'ਤੇ ਜਥੇਬੰਦ ਹੋਣਾ ਚਾਹੀਦਾ ਉਹਦੇ ਵਿੱਚ। ਔਰ ਖ਼ਾਸ ਤੌਰ 'ਤੇ
ਜਿਹੜੀਆਂ ਖੱਬੇ ਪੱਖੀਆਂ ਪਾਰਟੀਆਂ ਜਾਣੀਆਂ ਹੀ ਇਹ ਘੋਲਾਂ ਕਰਕੇ ਜਾਂਦੀਆਂ ਸੀ, ਬਿਲਕੁਲ ਉਹ ਖਾਮੋਸ਼ ਕਿਉਂ ਨੇ? ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਬਿਲਕੁਲ ਉਹਨਾਂ ਨੂੰ ਇਸ ਖਾਮੋਸ਼ੀ ਚੋਂ ਉੱਭਰਨਾ ਪਊਗਾ ਜੇ ਉਹਨਾਂ ਨੇ ਆਪਣੀ ਰਹਿੰਦ ਖੂੰਹਦ ਨੂੰ ਬਚਾਉਣਾ ਹੈ, ਉਹਦੇ ਵਿੱਚ ਹੋ ਰਿਹਾ ਹੈ। ਬਿਲਕੁਲ ਔਰ ਦੁਬਾਰਾ ਭਵਿੱਖ ਵਾਸਤੇ ਕੋਈ ਨਕਸ਼ਾ ਤਿਆਰ ਕਰਨਾ ਹੈ, ਕੋਈ ਆਪਣੀ ਪਲਾਨਿੰਗ ਤਿਆਰ ਕਰਨੀ ਹੈ, ਉਹਨਾਂ ਨੂੰ ਇਸ ਇਸ਼ੂ ਤੇ ਜ਼ਰੂਰ ਉਹਨਾਂ ਜਥੇਬੰਦੀਆਂ ਦਾ, ਖਾਸ ਤੌਰ ਤੇ ਵਿਦਿਆਰਥੀਆਂ ਦਾ ਸਾਥ ਦੇਣਾ ਚਾਹੀਦਾ ਹੈ, ਜਿਹੜੇ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਚਾਹੁੰਦੇ ਨੇ ਬਚਾਉਣਾ ਔਰ ਆਪਣੇ ਵਿਰਸੇ ਨੂੰ ਬਚਾਉਣਾ ਚਾਹੁੰਦੇ ਨੇ, ਕਿਉਂਕਿ ਪੰਜਾਬ ਦਾ ਵਿਰਸਾ ਬਹੁਤ ਗੌਰਵਮਈ ਹੈ। ਇਹਨੂੰ ਇੰਨੀ ਜਲਦੀ ਢਾਹ ਲੱਗਣੀ ਜਿਹੜੀ ਹੈਗੀ ਹੈ, ਇਹ ਬਹੁਤ ਦੁੱਖ ਔਰ ਤਕਲੀਫ ਵਾਲੀ ਗੱਲ ਹੋਊਗੀ ਹਰ ਪੰਜਾਬੀ ਦੇ ਵਾਸਤੇ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਵਿਦਿਆਰਥੀ ਸੰਗਠਨ ਦੇ ਵਿੱਚੋਂ ਸੱਥ ਨਾਮੀ ਇੱਕ ਸੰਗਠਨ ਨੇ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਆਪਣਾ ਇਸ ਵਿਸ਼ੇ ਦੇ ਉੱਪਰ ਪੱਖ ਰੱਖਿਆ ਕਿ ਸਾਡਾ ਇਹ ਜਿਹੜਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਹੈ, ਇਹਨੂੰ ਰੋਕਿਆ ਜਾਵੇ। ਮੈਂ ਚਾਹੁੰਦਾ ਕਿ ਆਪਾਂ ਸਾਰੇ ਉਸ ਹਜੂਮ ਨੂੰ ਹੁਲਾਰਾ ਦਈਏ ਤੇ ਇਕੱਤਰ ਹੋ ਕੇ ਭਾਰੀ ਗਿਣਤੀ ਦੇ ਵਿੱਚ ਆਪਣਾ ਇਹ ਪੱਖ ਅੱਗੇ ਲੈ ਕੇ ਜਾਈਏ, ਤਾਂ ਜੋ ਆਪਾਂ ਇਸ ਕੇਂਦਰੀਕਰਨ ਤੋਂ ਬਚ ਸਕੀਏ। ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਦਿੱਤਾ, ਆਪਣੇ ਗਿਆਨ ਦੇ ਤਹਿਤ ਦਰਸ਼ਕਾਂ ਨਾਲ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤਾਂ ਮਰਜੀਤ ਜੀ ਮੈਨੂੰ ਤੁਹਾਡਾ ਕਰਨਾ ਚਾਹੀਦਾ ਹੈ, ਜਿਹੜੇ ਤੁਸੀਂ ਆਪਣੇ ਇਸ ਚੈਨਲ ਦੇ ਰਾਹੀਂ ਸਾਡੇ ਗੌਰਵ, ਸਾਡੇ ਵਿਰਸੇ ਦੇ ਨਾਲ ਜਿਹੜੇ ਬਹੁਤ ਹੀ ਭਖ ਦੇ ਮੁੱਦੇ ਜਿਹੜੇ ਹੈਗੇ ਆ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ। ਬਿਲਕੁਲ। ਔਰ ਮੈਂ ਉਮੀਦ ਕਰੂੰਗਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਤੁਹਾਡਾ ਇਹ ਚੈਨਲ ਜਿਹੜਾ ਹੈਗਾ, ਸਰਕਾਰ ਚਾਹੇ ਕਿਸੇ ਦੀ ਹੋਵੇ, ਬਿਲਕੁਲ ਇਸੇ ਤਰ੍ਹਾਂ ਸਾਡੀ ਸੰਸਕ੍ਰਿਤੀ, ਸਾਡਾ ਵਿਰਸਾ, ਸਾਡਾ ਇਤਿਹਾਸ, ਕਲਚਰ, ਸੱਭਿਆਚਾਰ ਨਾਲ ਸੰਬੰਧਿਤ ਮੁੱਦੇ ਜਿਹੜੇ ਹੈਗੇ ਆ, ਉਹਨਾਂ ਨੂੰ ਇਸੇ ਤਰ੍ਹਾਂ ਹੀ ਉਠਾਉਂਦਾ ਰਹੂਗਾ ਔਰ ਆਪਣੇ ਪਾਠਕਾਂ ਨੂੰ, ਦਰਸ਼ਕਾਂ ਨੂੰ ਜਾਗਰੂਕ ਕਰਦਾ। ਬਿਲਕੁਲ ਬਹੁਤ ਬਹੁਤ ਧੰਨਵਾਦ। ਬਸ ਸਾਹਿਬ, ਤੁਸੀਂ ਅਸਲ ਦੇ ਵਿੱਚ ਤੁਹਾਡੇ ਜਿਹੇ ਵਿਦਵਾਨ ਨੇ ਜਿਨ੍ਹਾਂ ਦੀ ਊਰਜਾ ਸਾਨੂੰ ਇਹ ਜਿਹੇ ਅਜਿਹੇ ਮੁੱਦਿਆਂ ਦੇ ਉੱਪਰ ਪੱਖ ਰੱਖਣ ਲਈ ਮਜਬੂਰ ਕਰਦੀ ਹੈ। ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਈ।